ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਸਮਾਜ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਮਾਨਤਾ ਦੇ ਖਤਰਨਾਕ ਰੁਝਾਨਾਂ ਨੂੰ ਲੈ ਕੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ। ਹਮੀਰ ਜੀ, ਵਿਕਾਸ ਦੁਬੇ ਦੀ ਮੌਤ ਤੋਂ ਬਾਅਦ ਜਿਹੜੀ ਸਮਾਜ ਵਿੱਚ ਕਈ ਤਰ੍ਹਾਂ ਦੀ ਵਿਚਾਰਧਾਰਾ ਸ਼ੁਰੂ ਹੋਈ ਹੈ ਵੀ ਕਿ ਅਜਿਹੀ ਗਤੀਵਿਧੀਆਂ ਨੂੰ ਜਿਹੜੇ ਸਮਾਜ 'ਚ ਮਾਨਤਾ ਦਿੱਤੀ ਜਾ ਰਹੀ ਹੈ ਉਹ ਸਮਾਜ 'ਤੇ ਕੀ ਪ੍ਰਭਾਵ ਪਾਉਂਦੀਆਂ ਜਾਂ ਇਹਦਾ ਕੀ ਅਸਰ ਪੈਂਦਾ, ਇਸ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਵੈਸੇ ਜੇਕਰ ਦੇਖਿਆ ਜਾਏ ਤਾਂ ਵਿਕਾਸ ਦੁਬੇ ਦੀ ਜਿਹੜੀ ਘਟਨਾ ਹੈ ਉਹ ਕਾਫੀ ਪਹਿਲਾਂ ਤੋਂ ਹੈ। ਲੋਕ ਇਹ ਵੀ ਕਹਿ ਰਹੇ ਨੇ ਕਿਉਂਕਿ ਉਹਨੇ 8 ਪੁਲਿਸ ਵਾਲਿਆਂ ਦਾ ਕਤਲ ਕੀਤਾ, ਜਿਹਦੇ 'ਚ ਇੱਕ ਡੀਐਸਪੀ ਵੀ ਸ਼ਾਮਲ ਸੀ। ਜਦੋਂ ਪੁਲਿਸ ਰੇਡ ਕਰਨ ਗਈ ਤੇ ਉਹਦਾ ਕਤਲ ਕੀਤਾ। ਉਦੋਂ ਪਹਿਲਾਂ ਵੀ ਉਹਦੇ ਤੇ 60 ਕੇਸ 60 ਮੁਕੱਦਮੇ ਚੱਲਦੇ ਨੇ, ਜਿਹਦੇ 'ਚ ਕਤਲ ਦਾ ਵੀ ਹੈ, ਜਿਹਦੇ 'ਚ ਇਰਾਦਾ ਕਤਲ ਵੀ ਹੈ, ਜਿਹਦੇ 'ਚ ਅਲੱਗ-ਅਲੱਗ ਮੁੱਦੇ ਨੇ। ਤਾਂ ਇਸੇ ਕਰਕੇ ਸ਼ਾਇਦ ਇਸੇ ਡਰ ਤੋਂ ਮਾਰਾ ਕਿ ਪੁਲਿਸ ਵਾਲੇ ਮਾਰੇ ਨੇ ਤੇ ਮੁਕਾਬਲਾ ਬਣਾ ਦੇਣਗੇ, ਉਹ ਡਰਦਾ ਇਹੋ ਜਿਹੇ ਥਾਂ ਕਿਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੁੰਦਾ ਸੀ ਜਿੱਥੇ ਪਬਲਿਕ ਨੂੰ ਪਤਾ ਲੱਗ ਜੇ ਤੇ ਉਹ ਉਹਦੇ ਸ਼ਿਕਾਰ ਨਾ ਬਣੇ। ਪਰ ਮੇਰੇ ਖਿਆਲ ਹੈ ਉਹਨੂੰ ਸ਼ਾਇਦ ਇਹ ਭੁਲੇਖਾ ਰਿਹਾ ਜਾਂ ਇਹ ਗਲਤਫਹਿਮੀ ਰਹੀ ਕਿ ਰਸਤੇ 'ਚ ਜਾਂਦੀ ਕਦੇ ਵੀ ਗੱਡੀ ਪਲਟ ਸਕਦੀ ਹੈ, ਗੱਡੀ ਪਲਟ ਕੇ ਉਹ ਇੱਧਰ ਉੱਧਰ ਭੱਜ ਸਕਦਾ ਤੇ ਭੱਜਣ ਦਾ ਇੱਕ ਹੋਰ ਤਰੀਕਾ ਹੋ ਸਕਦਾ ਔਰ ਉਹਦਾ ਸ਼ਿਕਾਰ ਉਸ ਤਰੀਕੇ ਦੇ ਨਾਲ ਹੋ ਸਕਦਾ। ਗੱਲ ਇਹ ਨਹੀਂ। ਔਰ ਖ਼ਾਸ ਤੌਰ 'ਤੇ ਜੇਕਰ ਅਸੀਂ ਇਕੱਲੀ ਯੂਪੀ ਦੀ ਗੱਲ ਕਰਦੇ ਹਾਂ, ਉੱਤਰ ਪ੍ਰਦੇਸ਼ ਦੀ, ਤਾਂ 2017 ਦੇ ਵਿੱਚ ਜਿਹੜੀ ਇਹ ਸਰਕਾਰ ਬਣਦੀ ਹੈ, ਜਿਹੜੀ ਨਵੀਂ ਸਰਕਾਰ ਬਣਦੀ ਹੈ, ਤੇ 2017 ਤੋਂ ਲੈ ਕੇ ਇਹ 119ਵਾਂ ਇਸ ਤਰ੍ਹਾਂ ਦਾ ਮੁਕਾਬਲਾ ਹੈ, ਇਨਕਾਊਂਟਰ ਹੈ। ਔਰ ਉਹ 119 ਇਨਕਾਊਂਟਰ ਇਸ ਲੈਵਲ 'ਤੇ ਹੋ ਗਏ। ਪਹਿਲਾ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਯੂਪੀ ਦੇ ਵਿੱਚ ਜਾਂ ਦੇਸ਼ ਦੇ ਵੱਖ-ਵੱਖ ਥਾਵਾਂ ਦੇ ਉੱਤੇ ਕੋਈ ਅਪਰਾਧਿਕ ਬਿਰਤੀ ਦੇ ਬੰਦੇ ਇੰਨੇ ਤਕੜੇ ਕਿਵੇਂ ਹੋ ਜਾਂਦੇ ਨੇ? ਉਹਨਾਂ ਨੂੰ ਕਿਹਨਾਂ ਦੀ ਸਪੋਰਟ ਹੈ? ਆਪਣੇ ਆਪ ਤਾਂ ਉਹ ਤਕੜੇ ਨਹੀਂ ਹੋ ਜਾਂਦੇ। ਆਫਟਰ ਆਲ ਉਹਨਾਂ ਨਾਲ ਐਮਐਲਏ, ਮੰਤਰੀ, ਅਫਸਰ, ਪੁਲਿਸ ਅਫਸਰ ਫੋਟੋਆਂ ਖਿਚਵਾਉਂਦੇ ਨੇ, ਉਹਨਾਂ ਨੂੰ ਮਾਨਤਾ ਦਿੰਦੇ ਨੇ, ਲੋਕਾਂ 'ਚ ਉਹਨਾਂ ਦਾ ਰੁਤਬਾ ਵਧਾਉਂਦੇ ਨੇ। ਦਾ ਡਰ ਹੈ ਤਾਂ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਜਾਂਦਾ। ਇਹ ਆਮ ਤੌਰ 'ਤੇ ਇੱਕ ਗੱਲ ਹੈ। ਹੁਣ ਵੀ ਵਿਕਾਸ ਦੁਬੇ ਦੇ ਮਾਮਲੇ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਸਮਾਜਵਾਦੀ ਪਾਰਟੀ ਦਾ ਅਖਿਲੇਸ਼ ਯਾਦਵ ਨੇ ਵੀ ਕਿਹਾ ਔਰ ਹੋਰਾਂ ਨੇ ਵੀ ਕਿਹਾ, ਈਵਨ ਪ੍ਰਿੰਕਾ ਗਾਂਧੀ ਨੇ ਵੀ ਕਿਹਾ ਕਿ ਕੁਝ ਹੋਰ ਲੋਕਾਂ ਦੇ ਜਿਨ੍ਹਾਂ ਦੇ ਨਾਮ ਆਉਣੇ ਸੀ ਉਹਦੇ ਤੋਂ ਪੁੱਛਗਿੱਛ ਤੋਂ ਅਸਲ ਦੇ ਵਿੱਚ ਮੁੱਦਾ ਹੀ ਖਤਮ ਕਰ ਦਿਓ ਤਾਂ ਕਿ ਦੂਜੇ ਲੋਕਾਂ ਤੱਕ ਪਹੁੰਚਣਾ ਹੋ ਸਕੇ ਔਰ ਇੱਥੋਂ ਤੱਕ ਹੀ ਕੰਮ ਨਿਪਟ ਜੇ। ਇਹ ਸਵਾਲ ਇਕੱਲਾ ਬੀਜੇਪੀ ਰੂਲ ਦਾ ਵੀ ਨਹੀਂ, ਇਕੱਲਾ ਹੁਣ ਦਾ ਨਹੀਂ, ਇਹ ਕਾਫੀ ਪੁਰਾਣਾ ਸਮੇਂ ਤੋਂ ਇੱਕ ਮਾਨਤਾ ਚੱਲਦੀ ਹੈ। ਪਹਿਲਾਂ ਜਿਹੜੇ ਲੋਕ ਇੱਕ ਮਾਈਂਡ ਸੈੱਟ ਬਣਾਉਂਦੇ ਨੇ ਲੋਕਾਂ ਦਾ, ਸਮਾਜ ਦੇ ਵਿੱਚ ਜਿਹੜੀ ਉਹਨੂੰ ਪ੍ਰਵਾਨਗੀ ਮਿਲਣੀ ਸ਼ੁਰੂ ਹੁੰਦੀ ਹੈ, ਸਭ ਤੋਂ ਖਤਰਨਾਕ ਗੱਲ ਹੈ। ਔਰ ਜੇਕਰ ਤੁਸੀਂ ਦੇਖੋ ਕਿ ਇੱਕ ਮਾਹੌਲ ਇਹੋ ਜਿਹਾ ਬਣਾਇਆ ਗਿਆ ਪਿਛਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਲਗਾਤਾਰ ਕਿ ਇੱਕ ਭੀੜ ਤੰਤਰ ਜਿਹੜਾ ਹੈ, ਹਜੂਮ ਹੈ, ਉਹ ਕਿਸੇ ਦਾ ਵੀ ਕਤਲ ਕਰ ਸਕਦਾ ਹੈ ਇਸ ਨਾਂ ਦੇ ਉੱਤੇ ਕਿ ਤੂੰ ਅਲੱਗ ਧਰਮ ਦਾ ਹੈ, ਤੇਰੀ ਅਲੱਗ ਬੋਲੀ ਹੈ, ਤੂੰ ਅਲੱਗ ਚੀਜ਼ ਖਾ ਰਿਹਾ ਹੈ, ਤੂੰ ਅਲੱਗ ਤਰ੍ਹਾਂ ਦਾ ਬੋਲ ਰਿਹਾ ਹੈ। ਔਰ ਹਜੂਮੀ ਹਿੰਸਾ ਦੇ ਵਿੱਚ ਇੰਨੀਆਂ ਜ਼ਿਆਦਾ ਮਤਲਬ ਮੌਤਾਂ ਵੀ ਹੋ ਚੁੱਕੀਆਂ ਨੇ। ਔਰ ਉਹਨਾਂ ਮੌਤਾਂ ਤੋਂ ਬਾਅਦ ਜਿਹੜੇ ਹਜੂਮ ਦੇ ਕਿਸੇ ਬੰਦਿਆਂ ਦੀ ਪਛਾਣ ਹੋ ਜਾਂਦੀ ਹੈ ਕਿ ਲੀਡਰ ਸੀਗੇ ਉਸ ਹਜੂਮ ਦੇ, ਜਦੋਂ ਸਾਹਮਣੇ ਆਉਂਦੇ ਨੇ, ਜੇਲ੍ਹ ਚਲੇ ਜਾਂਦੇ ਨੇ ਮਾੜਾ ਮੋਟਾ ਚਿਰ ਜਾਂ ਥਾਣੇ ਜਾਂਦੇ ਨੇ, ਤਾਂ ਲੀਡਰ ਬੰਦੇ ਜਿਹੜੇ ਉਹਨਾਂ ਦੇ ਫੁੱਲਾਂ ਦੇ ਹਾਰ ਪਾਉਂਦੇ ਨੇ, ਇੱਕ ਤਰ੍ਹਾਂ ਦੀ ਉਹਨਾਂ ਨੂੰ ਮਾਨਤਾ ਦਿੰਦੇ ਨੇ। ਇਹ ਬਹੁਤ ਖਤਰਨਾਕ ਹੁੰਦੀ ਹੈ ਜਦੋਂ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਵਰਗ ਕਿਸੇ ਵੀ ਮਾਮਲੇ ਦੇ ਉੱਤੇ ਉਹ ਕਾਨੂੰਨ ਔਰ ਸੰਵਿਧਾਨ ਔਰ ਜਿਹੜੀਆਂ ਰਵਾਇਤਾਂ ਉਹਨਾਂ ਨੂੰ ਪਿੱਛੇ ਛੱਡ ਕੇ ਮਤਲਬ ਅਪਰਾਧਿਕ ਬਿਰਤੀ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਤੇ ਉਹਨੂੰ ਇਸ ਲੈਵਲ ਦੀ ਜਸਟੀਫਾਈ ਕਰਨਾ ਸ਼ੁਰੂ ਕਰ ਦਿੰਦਾ। ਇਹ ਖਤਰਨਾਕ ਰੁਝਾਨ ਹੁੰਦਾ। ਇੱਦੋਂ ਪਹਿਲਾਂ ਹੈਦਰਾਬਾਦ ਦੇ ਨੇੜੇ ਹੀ ਇੱਕ ਘਟਨਾ ਵਾਪਰੀ ਤੇਲੰਗਾਨਾ ਦੇ ਵਿੱਚ 27 ਨਵੰਬਰ 2019 ਨੂੰ। 2019 ਨੂੰ ਕੀ ਹੋਇਆ ਕਿ ਇੱਕ ਵੈਟਰਨਰੀ ਡਾਕਟਰ ਕੁੜੀ ਦੇ ਨਾਲ ਦੁਰਾਚਾਰ ਕੀਤਾ 4 ਬੰਦਿਆਂ ਨੇ ਤੇ ਲੋਕ ਬਹੁਤ ਵੱਡੇ ਪੱਧਰ 'ਤੇ ਤੰਗ ਸੀ। ਪੁਲਿਸ ਨਲਾਇਕ ਹੈ, ਨਕੰਮੀ ਹੈ, ਸਿਆਸਤਦਾਨ ਮਿਲੇ ਹੋਏ ਨੇ, ਇਹਨਾਂ ਦਾ ਗੱਠਜੋੜ ਹੈ, ਇਸੇ ਕਰਕੇ ਅਪਰਾਧੀ ਫੜੇ ਨਹੀਂ ਜਾ ਰਹੇ, ਇਸੇ ਕਰਕੇ ਅਪਰਾਧ ਰੁਕ ਨਹੀਂ ਰਹੇ। ਇਹ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਸੀ, ਇੱਕ ਸੈਂਟੀਮੈਂਟ ਸੀ। ਪਰ ਹੋਇਆ ਕੀ ਕਿ ਉਹੀ ਪੁਲਿਸ ਜਦੋਂ 4 ਨੂੰ ਫੜ ਲੈਂਦੀ ਹੈ ਤੇ ਉਸ ਤੋਂ ਬਾਅਦ 4 ਨੂੰ 6 ਦਸੰਬਰ ਨੂੰ ਇੱਕ ਇਹ ਕਹਿੰਦੀ ਹੈ ਕਿ ਆਪਾਂ ਇੱਕ ਵਿਗਿਆਨਕ ਨਜ਼ਰੀਏ ਤੋਂ ਸੋਚਦੇ ਹਾਂ ਇਸ ਗੱਲ ਨੂੰ। ਵਿਗਿਆਨਕ ਨਜ਼ਰੀਆ ਕੀ ਹੈ? ਪੁਲਿਸ ਜਦੋਂ ਲੈਂਦੇ ਮੈਨੂੰ ਘਟਨਾ ਸਥਾਨ 'ਤੇ ਲਿਜਾਓ, ਘਟਨਾ ਸਥਾਨ 'ਤੇ ਲਿਜਾਓ, ਇਹਨੂੰ ਉਦੋਂ ਹੀ ਗੱਲਾਂ ਕਰਾਓ ਵੀ ਤੁਸੀਂ ਕਿਵੇਂ ਕੀਤਾ, ਕੀ ਕੀਤਾ, ਕਿੱਥੇ ਫੜੇ, ਔਰ ਉੱਥੇ ਲਿਜਾ ਕੇ 4 ਦਾ ਇਨਕਾਊਂਟਰ ਹੋ ਜਾਂਦਾ ਹੈ। ਔਰ ਦੇਸ਼ ਦੇ ਵਿੱਚ ਵਾਹਵਾ ਹੁੰਦੀ ਹੈ, ਪੁਲਿਸ ਦੀ ਜੈ ਜੈਕਾਰ ਹੁੰਦੀ ਹੈ ਔਰ ਸਾਰੇ ਲੋਕਾਂ ਦੀ। ਤਾਂ ਸਵਾਲ ਬੰਦ ਹੋ ਗਿਆ ਸਿਸਟਮ 'ਤੇ, ਪੁਲਿਸ 'ਤੇ ਵੀ ਸਵਾਲ ਬੰਦ ਹੋ ਗਿਆ। ਪੁਲਿਸ ਹੁਣ ਲਾਇਕ ਬਣ ਗਈ
ਇਹ ਜਿਹੜੇ ਸਾਰੇ ਸਵਾਲ ਨੇ ਇਸੇ ਤਰੀਕੇ ਨਾਲ ਚੱਲਦੇ ਹੁੰਦਾ ਕੀ ਹੈ ਕਿ ਫਿਰ ਉਹ ਜਿਵੇਂ ਜੰਗਾਲੀਆਂ ਘੜੀਆਂ ਦੀ ਤਰ੍ਹਾਂ ਅਸੀਂ ਕਿਸੇ ਖਾਸ ਹਾਦਸੇ ਤੋਂ ਤਾਂ ਤ੍ਰਭਕਦੇ ਹਾਂ, ਪਰ ਉਹਨੂੰ ਪੂਰੀ ਤਰ੍ਹਾਂ ਹੱਲ ਕਰਨ ਵਾਲੇ ਪਾਸੇ ਨਹੀਂ ਚੱਲਦੇ। ਅਸੀਂ ਮਾਨਤਾ ਦੇ ਦਿੰਦੇ ਹਾਂ ਉਸ ਸਮਾਜ ਨੂੰ, ਉਸ ਸਾਰੇ ਕਾਸੇ ਨੂੰ। ਇਹਦੇ 'ਚ ਹੁੰਦਾ ਕੀ ਹੈ, ਹੁੰਦਾ ਇਹ ਹੈ ਕਿ ਫਿਰ ਨਾ ਤਾਂ ਸਿਆਸਤਦਾਨ ਕੋਈ ਸਿਸਟਮ 'ਚ ਸੁਧਾਰ ਕਰਨ ਦੀ ਕੋਈ ਗੁੰਜਾਇਸ਼ ਰੱਖਦਾ, ਕੋਈ ਲੋੜ ਹੀ ਨਹੀਂ ਹੈ, ਆਪ ਹੀ ਇਹੋ ਜਿਹਾ ਕੁਝ ਕੰਮ ਕਰ ਦਾਂਗੇ। ਨਾ ਪੁਲਿਸ ਦੇ ਵਿੱਚ ਸੁਧਾਰਾਂ ਦਾ ਫਿਰ ਮੁੱਦਾ ਰਹਿੰਦਾ, ਕਿਉਂਕਿ ਉਹ ਮੁੱਦਾ ਉਦੋਂ ਹੀ ਠੱਪ ਹੋ ਜਾਂਦਾ, ਇੱਕ ਘਟਨਾ ਨਾਲ ਉੱਭਰਿਆ ਤੇ ਇੱਕ ਘਟਨਾ ਨਾਲ ਠੱਪ ਹੋ ਗਿਆ। ਨਾ ਲੋਕਾਂ ਦੇ ਕੋਈ ਸੁਰੱਖਿਆ ਦਾ, ਅਧਿਕਾਰਾਂ ਦਾ ਜਾਂ ਬਾਕੀ ਦੇ ਮੁੱਦੇ ਨੇ। ਹੁਣ ਤੁਹਾਡੇ ਸਾਹਮਣੇ ਇਸ ਲੈਵਲ ਦੇ ਕਿੰਨੇ ਹੀ ਮਾਮਲੇ ਨੇ ਸਾਡੇ ਦੇਸ਼ ਦੇ ਵਿੱਚ, ਜਿਹੜੇ ਜਦੋਂ ਤੁਸੀਂ ਇੱਕ ਖੁੱਲ੍ਹ ਦਿੰਦੇ ਹੋ ਸੰਵਿਧਾਨ ਤੋਂ ਉੱਪਰ ਦੀ ਜਾ ਕੇ ਜਾਂ ਕਾਨੂੰਨ ਤੋਂ ਉੱਪਰ ਦੀ ਜਾ ਕੇ। ਅੱਜ ਹੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਆਰਟੀਕਲ ਹੈ ਜਿਹਦੇ ਵਿੱਚ ਇਹ ਹੈ ਕਿ ਪੁਲਿਸ ਸਫਲ ਹੈ ਤੇ ਜਿਹੜਾ ਸਮਾਜ ਅਸਫਲ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹਦੇ 'ਚ ਫਰਾਂਸ ਦੇ ਇੱਕ ਬਹੁਤ ਵੱਡੇ ਜਿਹੜੇ ਬੁੱਧੀਜੀਵੀ ਸਾਰਤਰ ਦੀ ਉਹਦੇ ਨਾਲ ਕੀਤਾ ਗਿਆ, ਉਹਦਾ ਇੱਕ ਨਾਟਕ ਹੈ ਮੱਖੀਆਂ, ਇੱਕ ਡਰਾਮਾ ਹੈ, ਉਹਦਾ ਰੈਫਰੈਂਸ ਨਾਲ ਗੱਲ ਕੀਤੀ ਗਈ ਹੈ ਉਹਦੇ ਇਤਿਹਾਸ 'ਚੋਂ ਲੈ ਕੇ, ਕਿ ਜਦੋਂ ਉਹ ਕਹਿੰਦਾ ਕਿ ਉਹ ਰਾਜੇ ਨੂੰ ਮਾਰਦੇ ਹੋਏ ਸਭ ਨੇ ਦੇਖਿਆ, ਅੱਖਾਂ ਬੰਦ ਕਰ ਲਈਆਂ, ਤੇ ਬੁੱਢੀ ਨੂੰ ਵੀ ਪੁੱਛਿਆ ਜਾਂਦਾ ਕਿ ਤੂੰ ਵੀ ਦੋਸ਼ੀ ਹੈ, ਤੂੰ ਵੀ ਦੇਖ ਰਹੀ ਸੀ ਚੀਤਾਂ ਦੇ ਵਿੱਚੋਂ, ਤੇ ਤੇਰੀ ਮਾਨਤਾ ਵੀ ਸੀ ਤੇ ਅੰਦਰ ਤੂੰ ਮਤਲਬ ਖੁਸ਼ ਵੀ ਹੋ ਰਹੀ ਸੀ, ਕਲੈਪਿੰਗ ਵੀ ਕਿਸੇ ਤਰੀਕੇ ਦੇ ਨਾਲ, ਤਾੜੀਆਂ ਵੀ ਵੱਜ ਰਹੀਆਂ ਨੇ ਉਹਨਾਂ ਗੱਲਾਂ ਦੇ ਉੱਤੇ। ਤਾਂ ਇਹਦਾ ਮਤਲਬ ਕੀ ਹੈ ਕਿ ਹੌਲੀ ਸਾਰਾ ਸਮਾਜ ਅਪਰਾਧਕ ਬਿਰਤੀ ਦਾ ਬਣ ਜਾਏਗਾ, ਅਪਰਾਧ ਦੇ ਨਾਲ ਖੜਾ ਹੁੰਦਾ ਦਿਖਾਈ ਦੇਗਾ, ਤਕੜੇ ਦੇ ਸੱਤੀ ਵੀ ਹੀ 100 ਜਿਹੜਾ ਹੁੰਦਾ ਉਹਦੇ ਨਾਲ ਖੜਾ ਹੋਇਆ ਦਿਖਾਈ ਦੇਗਾ। ਔਰ ਉਹ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਬੜੀ ਤੇਜ਼ੀ ਨਾਲ ਉਧਰ ਨੂੰ ਵਾਪਰ ਰਹੀਆਂ ਨੇ। ਅੱਜ ਦਾ ਹਾਲਾਂਕਿ ਦੌਰ ਉਹ ਹੈ, ਜ਼ਮਾਨਾ ਉਹ ਹੈ ਜਿਹੜਾ ਸਾਡੇ ਸਾਹਮਣੇ ਹੈ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ, ਇਹ 'ਤੇ ਵੀ ਸਵਾਲ ਨੇ, ਇਹ 'ਤੇ ਵੀ ਡਿਬੇਟ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼, ਖਾਸ ਤੌਰ 'ਤੇ ਯੂਰਪ ਦੇ ਦੇਸ਼ ਨੇ, ਉਹ ਫਾਂਸੀ ਦੀ ਸਜ਼ਾ ਵੀ ਖਤਮ ਕਰ ਚੁੱਕੇ ਨੇ। ਉਹਦੇ ਪਿੱਛੇ ਦਲੀਲ ਇਹ ਹੈ, ਔਰ ਈਵਨ ਸਾਡੇ ਕੰਟਰੀ 'ਚ ਵੀ ਮਹਾਤਮਾ ਗਾਂਧੀ ਤੋਂ ਲੈ ਕੇ ਕਿੰਨੇ ਹੀ ਲੋਕ ਫਾਂਸੀ ਦੀ ਸਜ਼ਾ ਦੇ ਖਿਲਾਫ ਅੱਜ ਤੱਕ ਰਹੇ ਨੇ, ਕਿ ਜੇ ਤੁਸੀਂ ਜ਼ਿੰਦਗੀ ਦੇ ਨਹੀਂ ਸਕਦੇ, ਤੁਹਾਨੂੰ ਕਿਸੇ ਦੀ ਜ਼ਿੰਦਗੀ ਲੈਣ ਦਾ ਹੱਕ ਨਹੀਂ ਹੈ। ਉਹਦਾ ਇੱਕ ਪ੍ਰੋਪਰ ਪ੍ਰੋਸੀਜਰ ਹੈ, ਇਸ ਕਰਕੇ ਉਹ ਸਿਸਟਮ ਨਹੀਂ। ਜਰਮਨ ਵਰਗੀਆਂ ਸਰਕਾਰਾਂ ਜੇ ਡਿਪੋਰਟ ਵੀ ਕਰਦੀਆਂ ਨੇ ਕਿ ਕੋਈ ਬੰਦਾ ਉੱਥੇ ਚਲਾ ਗਿਆ, ਉਹਨੇ ਇੱਥੇ ਗੁਨਾਹ ਕੀਤੇ ਨੇ ਜਿੰਨੇ ਮਰਜ਼ੀ, ਤਾਂ ਉਹ ਇਹ ਕਹਿੰਦੀਆਂ ਨੇ ਪਹਿਲੀ ਸ਼ਰਤ ਹੁੰਦੀ ਹੈ ਕਿ ਤੁਹਾਨੂੰ ਅਸੀਂ ਇਹ ਵਾਪਸ ਦੇ ਰਹੇ ਹਾਂ, ਪਰ ਤੁਸੀਂ ਫਾਂਸੀ ਨਹੀਂ ਦਿਓਗੇ, ਉਮਰ ਕੈਦ ਦਿਓ, ਜੋ ਮਰਜ਼ੀ ਤੁਹਾਡੇ ਕਾਨੂੰਨ ਦੇ ਮੁਤਾਬਕ ਸਜ਼ਾ ਹੈ ਬਾਕੀ ਦਿਓ। ਮਤਲਬ ਕਿੱਥੇ ਤਾਂ 21ਵੀਂ ਸਦੀ 'ਚ ਇਹ ਸੋਚ ਪਨਪ ਰਹੀ ਹੈ ਕਿ ਇੱਕ ਮਨੁੱਖੀ ਹੱਕ ਦਾ ਜਿਹੜਾ ਸਵਾਲ ਹੈ, ਮਨੁੱਖ ਨੂੰ ਸੁਧਾਰਨ ਦਾ ਜਿਹੜਾ ਸਵਾਲ ਹੈ, ਸਿਸਟਮ ਨੂੰ ਸੁਧਾਰਨ ਦਾ ਜਿਹੜਾ ਸਵਾਲ ਹੈ, ਉਹ ਇਸ ਪੱਧਰ 'ਤੇ ਜਾਣਾ ਚਾਹੀਦਾ ਹੈ ਜਿਹੜਾ ਇਨਸਾਫ ਦੀ ਕਸਵੱਟੀ 'ਤੇ ਪੂਰਾ ਉਤਰਦਾ ਹੋਵੇ। ਪਰ ਦੂਜੇ ਪਾਸੇ ਉਹਦੇ ਉਲਟ ਅਪਰਾਧਕ ਬਿਰਤੀ ਸਮਾਜ ਦੀ ਕਿਵੇਂ ਖਤਰਨਾਕ ਹੈ ਕਿ ਸਾਡੇ ਸਮਾਜਾਂ ਦੇ ਵਿੱਚ ਆਮ ਤੌਰ 'ਤੇ ਸਿੱਧੀ ਗੱਲ ਇਹ ਹੁੰਦੀ ਹੈ, ਈਵਨ ਉਹ ਲੋਕ ਵੀ ਜਿਹੜੇ ਕਿਸੇ ਸਮੇਂ ਕਦੇ ਜਦੋਂ ਠੀਕ ਤਰੀਕੇ ਨਾਲ, ਤਰਕਸੰਗਤ ਤਰੀਕੇ ਨਾਲ ਸੋਚਦੇ ਨੇ, ਉਹ ਫਾਂਸੀ ਦੀ ਸਜ਼ਾ ਦੇ ਵੀ ਖਿਲਾਫ ਹੁੰਦੇ ਨੇ, ਉਹ ਗੈਰ ਕਾਨੂੰਨੀ ਤਰੀਕੇ ਦੇ ਵੀ ਖਿਲਾਫ ਹੁੰਦੇ ਨੇ। ਪਰ ਜਦੋਂ ਕੋਈ ਇਹੋ ਜਿਹੀ ਘਿਨਾਉਣੀ ਹਰਕਤ ਹੁੰਦੀ ਹੈ ਜਿਹਦੇ 'ਚ ਮਤਲਬ ਰੇਪ ਕੇਸ ਹੋਵੇ, ਜਿਹਦੇ 'ਚ ਇਹੋ ਜਿਹਾ ਕੋਈ ਅੱਤਵਾਦੀ ਟਾਈਪ ਦਾ ਜਾਂ ਦਹਿਸ਼ਤਗਰਦ ਬੰਦਾ ਸ਼ਾਮਲ ਹੋਵੇ, ਉਦੋਂ ਜਿੰਨੇ ਸਾਡੇ ਮੁਜ਼ਾਹਰੇ ਨਿਕਲਦੇ ਨੇ ਉਹ ਕਹਿੰਦੇ ਨੇ ਫਲਾਣੇ ਨੂੰ ਫਾਂਸੀ ਦਿਓ, ਫਲਾਣੇ ਨੂੰ ਫਾਂਸੀ ਦਿਓ। ਇਹਦਾ ਮਤਲਬ ਸਾਡੇ ਅਚੇਤ ਮਨ ਦੇ ਵਿੱਚ, ਅਵਚੇਤਨ ਦੇ ਵਿੱਚ ਕਿਤੇ ਇਹ ਗੱਲ ਕਰ ਗਈ ਹੈ ਕਿ ਸਾਹਮਣੇ ਵਾਲੇ ਬੰਦੇ ਤੋਂ ਬਦਲਾ ਇਸੇ ਤਰੀਕੇ ਨਾਲ ਲਿਆ ਜਾ ਸਕਦਾ ਕਿ ਜਿਹੜਾ ਪੁਰਾਣੇ ਜ਼ਮਾਨੇ 'ਚ ਕਦੇ ਸੀ ਕਿ ਗਲਤ ਕਰਦਾ ਉਹਦਾ ਹੱਥ ਕੱਟ ਦਿਓ, ਗਲਤ ਦੇਖਦਾ ਉਹਦੀ ਅੱਖ ਕੱਢ ਦਿਓ। ਹਾਲਾਂਕਿ ਇਸ ਤਰੀਕੇ ਨਾਲ ਸਮਾਜ 'ਚ ਸੁਧਾਰ ਨਹੀਂ ਹੈ। ਸਮਾਜ 'ਚ ਸੁਧਾਰ ਸਿੱਖਿਆ ਨਾਲ, ਬੰਦਿਆਂ ਦੇ ਵਿੱਚ ਪ੍ਰਚਾਰ ਦੇ ਨਾਲ, ਸਮਾਜ ਦੇ ਵੱਡੇ ਹਿੱਸੇ ਨੂੰ ਕ੍ਰਾਈਮ ਦੇ ਪਾਸਿਓਂ ਮੋੜ ਕੇ ਇਸ ਪਾਸੇ ਲਿਜਾਣ ਦੇ ਨਾਲ ਕਿ ਤੁਹਾਡਾ ਇੱਕ ਲੈਵਲ ਬਹੁਤ ਵਧੀਆ ਬਣਨਾ ਚਾਹੀਦਾ, ਜਿਹਦੇ ਕਰਕੇ ਤੁਹਾਨੂੰ ਦੁੱਖ ਹੋਣਾ ਚਾਹੀਦਾ। ਸਰਬੱਤ ਦੇ ਭਲੇ ਦਾ ਕਨਸੈਪਟ ਜਿਹੜਾ ਉਸ ਟਾਈਪ ਦਾ ਸਾਡੇ ਧਰਤੀ 'ਤੇ ਵੀ ਉਸ ਪੱਧਰ ਦੇ ਉੱਤੇ ਚੱਲਿਆ ਕਿ ਤੁਹਾਨੂੰ ਸਾਰੇ ਬੰਦਿਆਂ ਨੂੰ ਦੇਖਣਾ ਚਾਹੀਦਾ। ਸਾਡੇ ਇਹ ਵੀ ਹੋਇਆ ਕਿ ਦੁਸ਼ਮਣ ਵੀ ਜੇਕਰ ਹੈਗਾ ਉਹਦੇ ਨਾਲ ਵੀ ਕਿਵੇਂ ਡੀਲ ਕਰਨਾ ਹੈ, ਉਹਦੇ ਨਾਲ ਵੀ ਕਿਵੇਂ ਦੇਖਣਾ ਹੈ, ਉਹ ਸਾਰੀਆਂ ਗੱਲਾਂ ਨੇ। ਬਿਨਾਂ ਸ਼ੱਕ ਇਹ ਬਹੁਤ ਵੱਡੇ ਅਪਰਾਧ ਨੇ। ਰੇਪ ਉਸ ਤਰ੍ਹਾਂ ਦਾ ਹੋ ਰਿਹਾ, ਕੀ ਰੇਪ ਘਟ ਗਏ ਨੇ? ਅਗਲੇ ਹੀ ਦਿਨ ਕੋਈ ਫਰਕ ਪਿਆ ਕਿ ਜੋ ਚਾਰੇ ਬੰਦਿਆਂ ਨੂੰ ਮੌਕੇ 'ਤੇ ਮਾਰ ਦਿੱਤਾ ਗਿਆ? ਉਹ ਮਾਹੌਲ ਕਿਹੜਾ ਸਾਡੇ ਦੇਸ਼ ਦੇ ਵਿੱਚ ਜਾਂ ਆਲੇ ਦੁਆਲੇ ਦੇ ਵਿੱਚ ਜਾਂ ਕਿਸੇ ਜਿਹੜਾ ਮਾਹੌਲ ਅਪਰਾਧੀ ਪੈਦਾ ਕਰਦਾ ਤੇ ਫਿਰ ਅਪਰਾਧੀਆਂ ਨੂੰ ਮਜ਼ਬੂਤ ਹੋਣ ਦਿੰਦਾ, ਤੇ ਮਜ਼ਬੂਤ ਹੋਣ ਤੱਕ ਸਾਰੇ ਉਹਨੂੰ ਤੁਹਾਡੇ ਤੋਂ ਉਹਨਾਂ ਨੂੰ ਕੰਮ ਵੀ ਦਿੰਦੇ ਨੇ ਤੇ ਸਾਰਾ ਕੁਝ ਕਰਦੇ ਨੇ, ਤੇ ਉਦੋਂ ਬਾਅਦ ਜਦੋਂ ਆਪਦੇ ਮਾੜਾ ਮੋਟਾ ਆਪਦੇ ਤੇ ਉਂਗਲ ਆਉਂਦੀ ਹੈ ਤਾਂ ਤਾਕਤਵਰ ਲੋਕ ਤੇ ਹੁਕਮਰਾਨ ਲੋਕ ਉਹਨੂੰ ਪਾਸੇ ਹਟਾ ਦਿੰਦੇ ਨੇ। ਫਿਰ ਇੱਕ ਨਵੇਂ ਸ਼ਿੰਗਾਰ ਦੇ ਲੋਕ ਆ ਜਾਂਦੇ ਨੇ। ਔਰ ਸਾਡੇ ਦੇਸ਼ ਦੀ ਪਾਰਲੀਮੈਂਟ ਹੋਵੇ, ਸਾਡੀਆਂ ਵਿਧਾਨ ਸਭਾਵਾਂ ਹੋਣ, ਉਹਦੇ 'ਚ ਕਿੰਨੇ ਬੰਦੇ ਨੇ ਜਿਨ੍ਹਾਂ 'ਤੇ ਮਰਡਰ ਦਾ ਕੇਸ ਵੀ ਹੈ, ਜਿਹਦੇ 'ਤੇ ਇਰਾਦਾ ਕਤਲ ਵੀ ਹੈ, ਜਿਹਦੇ 'ਤੇ ਰੇਪ ਕੇਸ ਵੀ ਹੈ,
ਔਰ ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ 2014 ਚ ਜਦੋਂ ਪਹਿਲੀ ਵਾਰ ਉੱਥੇ ਆਏ ਕਿ 1 ਸਾਲ ਚ ਹਰ ਪਾਰਟੀ ਦਾ ਪਾਰਲੀਮੈਂਟ ਮੈਂਬਰਾਂ ਦੇ ਵਿਸ਼ੇਸ਼ ਮੁਕੱਦਮੇ ਚੱਲਣਗੇ ਤੇ ਮੁਕੱਦਮੇ ਚੱਲ ਕੇ ਕੋਈ ਵੀ ਅਪਰਾਧੀ ਕੇਸਾਂ ਵਾਲਾ ਬੰਦਾ ਪਾਰਲੀਮੈਂਟ ਦੇ ਵਿੱਚ ਨਹੀਂ ਰਹੂਗਾ, ਇਹ ਕਿਹਾ ਗਿਆ ਸੀ। ਪਰ ਬੀਜੇਪੀ ਚ ਕਿੰਨੇ ਨੇ, ਕਾਂਗਰਸ ਚ ਕਿੰਨੇ ਨੇ, ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਦੇਖਣ ਕਿਸ ਲੈਵਲ ਦੇ ਉੱਤੇ ਨੇ। ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਬਹੁਤ ਉਸ ਪਾਸੇ ਵੱਲ ਲਿਜਾਂਦੀਆਂ ਨੇ ਕਿ ਸਾਡਾ ਮਾਈਂਡ ਸੈੱਟ ਜਿਹੜਾ ਹੈ, ਮਾਨਸਿਕਤਾ ਹੈ, ਉਹ ਅਪਰਾਧ ਤੋਂ ਦੂਰ ਲਿਜਾਣ ਲਈ ਜਾਂ ਇੱਥੇ ਸੁਧਾਰ ਕਰਨ ਲਈ ਤਿਆਰ ਨਹੀਂ ਹੈ। ਸਾਡੇ ਕੋਲ ਕੋਈ ਇਹੋ ਜਿਹਾ ਏਜੰਡਾ ਦਿਖਾਈ ਨਹੀਂ ਦੇ ਰਿਹਾ। ਮੈਂ ਵਿੱਚ ਰੋਕਣਾ ਚਾਹਾਂਗਾ, ਅੱਜ ਉਹ ਤੁਹਾਡੀ ਇਸ ਗੱਲ ਤੋਂ ਇੱਕ ਗੱਲ ਨਿਕਲ ਕੇ ਆ ਰਹੀ ਹੈ ਵੀ ਕਿ ਜਿਸ ਤੇ ਬੰਦੇ ਦੇ ਖਿਲਾਫ ਪਰਚਾ ਦਰਜ ਹੈ, ਕੋਈ ਕੇਸ ਦਰਜ ਹੈ, ਉਸ ਬੰਦੇ ਨੂੰ ਸਰਕਾਰੀ ਨੌਕਰੀ ਤਾਂ ਨਹੀਂ ਮਿਲ ਸਕਦੀ, ਪਰ ਉਹ ਬੰਦੇ ਬਹਿ ਕੇ ਸਰਕਾਰਾਂ ਚਲਾ ਸਕਦੇ ਨੇ। ਠੀਕ ਹੈ, ਇਸ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਬਿਲਕੁਲ ਉਹ ਸਾਰੇ ਬੈਠੇ ਹੀ ਨੇ ਔਰ ਲਗਭਗ ਇੱਕ ਪਿਛਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਦਾ ਰਿਕਾਰਡ ਦੇਖਿਆ ਗਿਆ ਸਾਰੇ ਦਾ ਸਾਰਾ, ਇਲੈਕਸ਼ਨ ਬਾਚ ਨੇ ਵੀ ਦੇਖਿਆ, ਹੋਰ ਜਥੇਬੰਦੀਆਂ ਨੇ ਵੀ ਦੇਖਿਆ, ਤਾਂ ਲਗਭਗ 37% ਜਿਹੜੇ ਪਾਰਲੀਮੈਂਟ ਦੇ ਮੈਂਬਰ ਨੇ ਉਹਨਾਂ ਤੇ ਕੇਸ ਨੇ, ਉਹਨਾਂ ਤੇ ਮੁਕੱਦਮੇ ਨੇ ਅਲੱਗ-ਅਲੱਗ ਤਰ੍ਹਾਂ ਦੇ, ਔਰ ਉਹ ਮੁਕੱਦਮਿਆਂ ਵਾਲੇ ਬੰਦੇ ਹੀ ਉਸ ਪਾਸੇ ਵੱਲ ਜਾ ਰਹੇ ਨੇ। ਹੋਰ ਤਾਂ ਕੋਈ ਕਾਨੂੰਨ ਹੈ ਨਹੀਂ ਕਿ ਉਹਨੂੰ ਰੋਕੋ। ਇਹ ਆਵਾਜ਼ ਬੜੀ ਲੈਵਲ ਤੇ ਉੱਠਦੀ ਰਹੀ ਹੈ ਕਿ ਰੋਕਿਆ ਜਾਣਾ ਚਾਹੀਦਾ, ਰੋਕਿਆ ਜਾਣਾ ਚਾਹੀਦਾ। ਤਾਂ ਕੋਰਟਾਂ ਵੀ ਤੇ ਬਾਕੀ ਲੋਕ ਵੀ ਪਾਰਟੀਆਂ ਨੂੰ ਨਸੀਹਤ ਦੇ ਦਿੰਦੇ ਨੇ ਕਿ ਪਾਰਟੀਆਂ ਨੂੰ ਕਹਿੰਦੇ ਤੁਸੀਂ ਆਪੀ ਟਿਕਟਾਂ ਨਾ ਦਿਓ। ਪਾਰਟੀਆਂ ਦਾ ਇੱਕੋ ਇੱਕ ਦਾਰੋਮਦਾਰ ਹੋ ਗਿਆ, ਹੁਣ ਇੱਕੋ ਇੱਕ ਗੱਲ ਹੋ ਗਿਆ ਕਿ ਕਿਵੇਂ ਜਿੱਤਣਾ ਹੈ। ਅੱਜ ਕੱਲ੍ਹ ਉਹ ਕਹਿੰਦੇ ਨੇ ਜਿੱਤ ਸਕਦਾ ਪੈਸੇ ਵਾਲਾ ਬੰਦਾ, ਦਬੰਗ ਬੰਦਾ, ਤੇ ਜਿਹਦਾ ਡਰ ਵੀ ਹੋਏ ਤੇ ਜਿਹਦੇ ਕੋਲ ਸਾਧਨ ਵੀ ਹੋਣ। ਤਾਂ ਫਿਰ ਜਿਹੜੇ ਨਾਰਮਲ ਇਮਾਨਦਾਰ ਬੰਦੇ ਨੇ, ਨਾਰਮਲ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੇ, ਉਹਨਾਂ ਲਈ ਤਾਂ ਜਗ੍ਹਾ ਹੀ ਘੱਟ ਗਈ ਉਸ ਪਾਸੇ ਵੱਲ ਜਾਣ ਦੀ। ਅਸੰਭਵ ਵਰਗਾ ਕੰਮ ਹੋ ਗਿਆ। ਤੇ ਜਦੋਂ ਅਸੰਭਵ ਵਰਗਾ ਕੰਮ ਹੋ ਗਿਆ ਤੇ ਇਸੇ ਕਰਕੇ ਜਿਹੜੀਆਂ ਬਹਿਸਾਂ ਨੇ ਵਿਧਾਨ ਸਭਾਵਾਂ 'ਚ, ਪਾਰਲੀਮੈਂਟ ਦੇ ਵਿੱਚ, ਉਹਦਾ ਲੈਵਲ ਵੀ ਨੀਚੇ ਆ ਗਿਆ, ਉਹਦਾ ਲੈਵਲ ਵੀ ਉੱਥੇ ਨਹੀਂ ਜਾ ਸਕਦਾ। ਸਮਾਜ ਨੂੰ ਇੱਕ ਬਿਹਤਰ ਇਨਸਾਫ ਪਸੰਦ, ਨਿਆਂ ਪਸੰਦ ਸਮਾਜ ਦੀ ਲੋੜ ਹੁੰਦੀ ਹੈ। ਉਹ ਸਮਾਜ ਤਾਂ ਪੈਦਾ ਹੁੰਦਾ ਕਿ ਜੇ ਸਮਾਜ ਦੇ ਲੋਕ ਇਨਸਾਫ ਪਸੰਦ ਬਣਨ, ਨਿਆਂ ਦੇ ਪੱਖ ਦੇ ਵਿੱਚ ਸਟੈਂਡ ਕਰਨ। ਜੇ ਨਿਆਂ ਦੇ ਪੱਖ ਵਿੱਚ ਸਟੈਂਡ ਕਰਨ ਦੀ ਬਜਾਏ ਉਹ ਅਪਰਾਧੀ ਨਾਲ ਸਟੈਂਡ ਕਰ ਜਾਣਗੇ, ਅਪਰਾਧੀ ਗਤੀਵਿਧੀ ਨੂੰ ਮਾਨਤਾ ਦੇਣ ਲੱਗ ਜਾਣਗੇ, ਤਾਂ ਸਮਾਜ ਦੇ ਵਿੱਚ ਸੁਧਾਰ ਬੜਾ ਮੁਸ਼ਕਲ ਕੰਮ ਹੋ ਜਾਂਦਾ ਉਸ ਪੱਧਰ ਦੇ ਉੱਤੇ। ਅਮੀਰ ਜੀ, ਇੱਕ ਸਵਾਲ ਇਹ ਵੀ ਆਉਂਦਾ ਹੈ ਵੀ ਕਿ ਜਿਹੜੀ ਇਹ ਦੇਸ਼ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ, ਇਹਦਾ ਪੰਜਾਬ ਤੇ ਕੀ ਪ੍ਰਭਾਵ ਹੈ? ਪੰਜਾਬ ਵੀ ਬਹੁਤ ਮਾੜੇ ਟਾਈਮ 'ਚੋਂ ਨਿਕਲ ਗਿਆ ਹੈ, ਇਹਦਾ ਪੰਜਾਬ ਤੇ ਕੀ ਪ੍ਰਭਾਵ ਪਏਗਾ? ਪੰਜਾਬ ਦੇ ਵਿੱਚ ਵੀ ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਪੰਜਾਬ ਪਹਿਲਾਂ ਤੋਂ ਬਹੁਤ ਤਕਲੀਫਾਂ 'ਚੋਂ ਗੁਜ਼ਰਿਆ ਔਰ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਪੰਜਾਬ 'ਚ ਨਕਸਲਵਾੜੀ ਮੂਵਮੈਂਟ ਵੇਲੇ ਸ਼ੁਰੂ ਹੋਇਆ ਤੇ ਮੁੰਡਿਆਂ ਨੂੰ ਫੜ ਕੇ ਜਿਨ੍ਹਾਂ ਨੂੰ ਮਾਰਿਆ ਗਿਆ ਉਸ ਸਮੇਂ, ਉਸ ਦਹਾਕੇ ਦੇ ਵਿੱਚ। ਔਰ ਇਹਦੇ ਤੇ ਇੱਕ ਸਾਡੇ ਭਗਵਾਨ ਸਿੰਘ ਦਾਨੇਵਾਲੀਆ ਆਈਜੀ ਪੁਲਿਸ ਹੁੰਦੇ ਸੀ, ਹੁਣ ਤਾਂ ਡੀਜੀਪੀ ਹੈ। ਡੀਜੀਪੀ ਕਈ ਨੇ, ਉਦੋਂ ਆਈਜੀ ਹੀ ਇੱਕ ਸਟੇਟ ਨੂੰ ਸਾਂਭਦਾ ਸੀ ਔਰ ਵੱਡੀਆਂ ਸਟੇਟਾਂ ਨੂੰ ਵੀ ਉਸ ਲੈਵਲ ਦੇ ਹੁੰਦਾ ਸੀ। ਉਹਨੇ ਆਪਣੀ ਕਿਤਾਬ 'ਚ ਵੀ ਜ਼ਿਕਰ ਕੀਤਾ ਕਿ ਉਦੋਂ ਕਿਵੇਂ, ਉਦੋਂ ਬਾਦਲ ਸਾਹਿਬ ਵੀ ਚੀਫ ਮਿਨਿਸਟਰ ਰਹੇ ਉੱਤੇ, ਉਦੋਂ ਕਾਂਗਰਸ ਦੀ ਵੀ ਸਰਕਾਰ ਰਹੀ, ਸਾਰਿਆਂ ਸਮਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਉਦੋਂ ਦੌਰ ਸ਼ੁਰੂ ਹੋਇਆ। ਉਦੋਂ ਬਾਅਦ ਫਿਰ ਆ ਕੇ ਜਿਹੜੀ ਇਹ ਖਾਲਿਸਤਾਨੀ ਮੂਵਮੈਂਟ ਆਈ, ਇਹਦੇ 'ਚ ਤਾਂ ਗਿਣਤੀ ਬਹੁਤ ਵੱਡੇ ਪੱਧਰ ਦੇ ਉੱਤੇ ਵਧੀ। ਔਰ ਉਹ ਗੱਲ ਕਿਵੇਂ ਹੋਈ? ਕਿਉਂਕਿ ਉਹਦਾ ਮਤਲਬ ਇਹ ਹੁੰਦਾ ਕਿ ਸਟੇਟ ਜਦੋਂ ਨਾਲ ਖੜ ਜਾਂਦੀ ਹੈ ਗੈਰ ਕਾਨੂੰਨੀ ਗਤੀਵਿਧੀ ਦੇ, ਸਟੇਟ ਦਾ ਜਿਹੜੇ ਸਾਰੇ ਅੰਗ ਨੇ, ਚਾਹੇ ਉਹ ਪੁਲਿਸ ਹੋਵੇ, ਉਹ ਮੈਜਿਸਟ੍ਰੇਟ ਹੋਵੇ, ਉਹ ਅਦਾਲਤਾਂ ਹੋਣ, ਉਹ ਐਗਜ਼ੈਕਟਿਵ ਹੋਵੇ, ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਇੱਕ ਸੰਵਿਧਾਨ ਦੇ ਦਾਇਰੇ 'ਚ ਕੰਮ ਕਰ ਰਹੇ ਹੋ। ਤੁਹਾਡੀ ਜ਼ਿੰਮੇਵਾਰੀ ਸੰਵਿਧਾਨ ਦੀ ਰਿਟ ਸਥਾਪਿਤ ਕਰਨੀ ਹੁੰਦੀ ਹੈ ਕਿ ਜਿਹੜੇ ਲੋਕ ਸੰਵਿਧਾਨ ਤੋਂ ਬਾਹਰ ਜਾ ਰਹੇ ਨੇ ਉਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਲਿਆਉਣਾ ਹੈ। ਜਦੋਂ ਤੁਸੀਂ ਹੀ ਉਹ ਲਛਮਣ ਰੇਖਾ ਲੰਘ ਜਾਂਦੇ ਹੋ, ਤੁਸੀਂ ਆਪਣੇ ਸੰਵਿਧਾਨ ਦੀ ਨਹੀਂ ਮੰਨਦੇ, ਤੁਸੀਂ ਆਪਣੇ ਕਾਨੂੰਨ ਦੀ ਨਹੀਂ ਮੰਨਦੇ, ਤਾਂ ਫਿਰ ਉਹ ਦੂਜੇ ਨੂੰ ਤੁਸੀਂ ਅਖਲਾਕੀ ਤੌਰ ਤੇ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਰੂਲ ਆਫ ਲਾ ਲਾਗੂ ਕਰਦੇ ਹਾਂ, ਅਸੀਂ ਕਾਨੂੰਨ ਦਾ ਰਾਜ ਲਾਗੂ ਕਰਦੇ ਹਾਂ? ਇਹਦੇ ਵਿੱਚ ਕੀ ਹੋ ਰਿਹਾ ਹੈ? ਪੰਜਾਬ ਦੇ ਵਿੱਚ ਜਿਹੜਾ ਇਹ ਸਾਰਾ ਚੱਲਿਆ, ਪਰ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਗੱਲ ਵਖਰੇਵਾਂ ਦਿਖਾਈ ਦੇ ਰਿਹਾ। ਕੁਝ ਹੋਰ ਸੂਬਿਆਂ ਦੇ ਵਿੱਚ ਵੀ ਥੋੜ੍ਹਾ ਵਖਰੇਵਾਂ, ਪਰ ਇਹ ਇੱਕ ਖਾਸ ਕਾਫੀ ਵੱਡੀ ਗਿਣਤੀ ਦੇ ਵਿੱਚ ਹਿੰਦੁਸਤਾਨੀ ਜਿਹੜੇ ਲੋਕ ਨੇ, ਉਹ ਮਾਈਂਡਸੈਟ ਦੇ ਤੌਰ ਤੇ ਜਿਹੜਾ ਹਿੰਦੂ ਤਵੀ ਏਜੰਡਾ ਹੈ, ਹਜੂਮੀ ਹਿੰਸਾ, ਉਧਰ ਗਿਆ ਤੇ ਉਸ ਦੇ ਨਾਲ ਖੜਿਆ। ਪਰ ਪੰਜਾਬ ਦੇ ਲੋਕਾਂ ਦੇ ਵੱਡੇ ਹਿੱਸੇ ਨੇ ਕਦੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਮਾਨਤਾ ਨਹੀਂ ਦਿੱਤੀ। ਕੋਈ ਇੱਕ ਸੈਕਸ਼ਨ ਦਿੰਦਾ ਸੀ, ਉਹ ਅਲੱਗ ਹੈ। ਹਾਂ, ਸਟੇਟ ਇਹ ਜ਼ਰੂਰ ਕਰਦੀ ਕਿ ਜਿਹੜੇ ਪੁਲਿਸ ਅਫਸਰਾਂ ਨੇ ਨਜਾਇਜ਼ ਕੀਤੀ ਉਹਦਾ ਮੁਕੱਦਮਾ ਕਿਵੇਂ ਰੋਕਿਆ ਜਾ ਸਕਦਾ ਹੈ। ਜੇਕਰ ਇੱਥੇ ਹਾਈ ਕੋਰਟ ਤੱਕ ਆ ਗਿਆ ਤਾਂ ਸੁਪਰੀਮ ਕੋਰਟ 'ਚ ਖੁਦ ਸਟੇਟ ਗਈ ਹੈ, ਉਹਨਾਂ ਦੇ ਪੱਖ ਦੇ ਵਿੱਚ ਆਪਣੇ ਵੱਲੋਂ ਪੈਸੇ ਖਰਚ ਕਰਦੀ ਰਹੀ, ਉਹ ਸਾਰੇ ਮਾਮਲੇ ਦੇ ਵਿੱਚ ਰਹੀ ਹੈ। ਮਤਲਬ ਸਟੇਟ ਪ੍ਰੋਟੈਕਟ ਕਰਦੀ ਰਹੀ ਹੈ, ਜਦ ਕਿ ਸਟੇਟ ਦੀ ਜ਼ਿੰਮੇਵਾਰੀ ਇਹ ਬਣਦੀ ਸੀ ਕਿ ਉਹ ਸੰਵਿਧਾਨ ਨੂੰ ਦੀ ਰੱਖਿਆ ਕਰੇ, ਉਹ ਕਾਨੂੰਨ ਦੇ ਰਾਜ ਦੀ ਬਹਾਲੀ ਕਰੇ। ਔਰ ਇੱਕ ਗੱਲ ਜ਼ਰੂਰ ਹੈ ਪੰਜਾਬ ਦੇ ਵਿੱਚ ਕਿ ਇਸੇ ਕਰਕੇ, ਕਿਉਂਕਿ ਰਾਜਨੀਤਿਕ ਪਾਰਟੀਆਂ ਤੇ ਸਟੇਟ ਦਾ ਤੰਤਰ ਉਹਨੂੰ ਮਾਨਤਾ ਦੇਣ ਲੱਗ ਗਿਆ, ਇਸੇ ਕਰਕੇ ਜਿਹੜੀ ਇੱਕ ਮੰਗ ਉੱਠਦੀ ਰਹੀ ਬਹੁਤ ਵੱਡੇ ਪੱਧਰ ਤੇ ਕਿ ਪੰਜਾਬ 'ਚੋਂ ਖਾੜਕੂਬਾਦ ਦੇ ਦੌਰਾਨ ਜਿੰਨਾ ਕਤਲ ਹੋਇਆ, ਚਾਹੇ ਉਹ ਖਾਲਿਸਤਾਨੀਆਂ ਨੇ ਕੀਤੇ, ਚਾਹੇ ਉਹ ਪੁਲਿਸ ਨੇ ਕੀਤੇ, ਜਿਹੜੇ ਨਜਾਇਜ਼ ਹੋਏ,
ਉਹਨਾਂ ਦੀ ਇੱਕ ਜਾਂਚ ਹੋਣੀ ਚਾਹੀਦੀ ਹੈ। ਜਾਂਚ ਹੋ ਕੇ ਹਕੀਕਤ ਸਾਹਮਣੇ ਆਉਣੀ ਚਾਹੀਦੀ ਹੈ। ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜੇਕਰ ਕਈ ਵਾਰ ਐਡੀਆਂ ਮੂਵਮੈਂਟਾਂ 'ਚ ਇਹ ਵੀ ਕਰਨਾ, ਤੁਸੀਂ ਸਜ਼ਾ ਨਹੀਂ ਦੇਣਾ, ਪਰ ਰਿਕਾਰਡ ਤੇ ਤਾਂ ਲਿਆਓ ਨਾ। ਔਰ ਬੜੇ ਵੱਡੇ ਪੱਧਰ ਤੇ ਜਿਵੇਂ ਜਸਵੰਤ ਸਿੰਘ ਖਾਲੜਾ ਦਾ ਮਾਮਲਾ ਹੈ, ਔਰ ਉਹਨੇ ਲਾਵਾਰਸ ਲਾਸ਼ਾਂ ਦਾ ਮੁੱਦਾ ਉਠਾਇਆ ਸੀ। 2000 ਤੋਂ ਵੱਧ ਲਾਵਾਰਸ ਲਾਸ਼ਾਂ ਦੀ ਉਹਨੇ ਲਿਸਟ ਇੱਕ ਬੰਦੇ ਨੇ ਨਿੱਜੀ ਤੌਰ ਤੇ ਦੇਤੀ। ਉਹਦੀ ਮੌਤ ਤੋਂ ਬਾਅਦ ਸਤੰਬਰ 1995 6 ਸਤੰਬਰ 1995 ਨੂੰ ਉਹਨੂੰ ਉਠਾਇਆ ਗਿਆ ਸੀ। ਉਦੋਂ ਬਾਅਦ CBI ਦੀ ਇਨਕੁਆਇਰੀ ਹੁੰਦੀ ਹੈ। CBI ਉਹਨੂੰ ਜਾਇਜ਼ ਮੰਨਦੀ ਹੈ ਕਿ ਹਾਂ ਇਹਦੀ ਲਿਸਟ ਠੀਕ ਹੈ, ਪਰ ਉਹ 3 ਸ਼ਮਸ਼ਾਨ ਘਾਟਾਂ ਤੱਕ ਸੀਮਤ ਰਹੇਗੀ। ਮੰਗ ਇਦੋਂ ਵੱਡੀ ਸੀ, ਫਿਰ ਸਾਰੇ ਪੰਜਾਬ ਦੇ ਸ਼ਮਸ਼ਾਨ ਘਾਟ ਖੰਗਾਲੇ ਜਾਣੇ ਚਾਹੀਦੇ ਨੇ, ਤੇ ਉਹ ਗੱਲ ਅੱਗੇ ਨਹੀਂ ਵਧੀ। ਔਰ ਨਾਲ ਦੀ ਨਾਲ ਇਹ ਫੈਸਲਾ ਸੁਪਰੀਮ ਕੋਰਟ ਤੋਂ ਹੀ ਆ ਗਿਆ ਕਿ ਜਿਹੜੇ ਬੰਦੇ ਮਾਰੇ ਗਏ ਨਜਾਇਜ਼, ਜਿਨ੍ਹਾਂ ਦੀ ਪਛਾਣ ਨਹੀਂ ਹੋਈ, CBI ਨੇ ਪਛਾਣ ਕਰਤੀ ਕਿ ਇਹ ਬੰਦੇ ਇਹ ਨੇ ਬਾਅਦ 'ਚ ਇੰਨੇ ਸਾਲਾਂ ਬਾਅਦ, ਉਹਨਾਂ ਨੂੰ 3-3 ਲੱਖ ਕੰਪਨਸੇਸ਼ਨ ਦੇ ਦਿਓ, ਮੁਕੱਦਮਾ ਕਿਸੇ ਤੇ ਦਰਜ ਨਾ ਕਰੋ। ਇਹ ਵੀ ਜਸਟਿਸ ਦਾ ਸਵਾਲ ਮੇਰਾ ਖਿਆਲ ਹੈ ਨਹੀਂ ਹੈ ਉਸ ਪੱਧਰ ਦੇ ਉੱਤੇ। ਇਨਸਾਫ ਨਹੀਂ, ਜਦੋਂ ਅਪਰਾਧੀ ਤੁਹਾਨੂੰ ਪਤਾ ਲੱਗ ਗਿਆ ਕਿ ਆਹ ਗੱਲ ਤੁਹਾਡੇ ਸਾਹਮਣੇ ਉਸ ਫੋਕਸ ਦੇ ਵਿੱਚ ਹੈ, ਤਾਂ ਤੁਸੀਂ ਕਿਵੇਂ ਉਸ ਪਾਸੇ ਵੱਲ ਨਹੀਂ ਜਾ ਰਹੇ। ਇਸੇ ਕਰਕੇ ਇਹ ਹੈ ਕਿ ਪੰਜਾਬ ਦੇ ਲੋਕਾਂ ਦਾ ਇੱਕ ਮਨ ਜ਼ਰੂਰ ਇਹੋ ਜਿਹਾ ਕਿ ਜਿਹੜੇ ਪੁਲਿਸ ਅਫਸਰਾਂ ਨੇ ਜਾਂ ਜਿਹੜੇ ਸਿਆਸਤਦਾਨਾਂ ਦੇ ਸਮੇਂ ਇਹੋ ਜਿਹੇ ਮੁਕਾਬਲੇ ਜ਼ਿਆਦਾ ਹੋਏ, ਲੋਕਾਂ ਤੇ ਤਸ਼ੱਦਦ ਜ਼ਿਆਦਾ ਹੋਇਆ, ਲੋਕ ਘੱਟ ਬੋਲੇ ਜਾਂ ਵੱਧ, ਪਰ ਉਹਦੇ ਨਾਲ ਨਹੀਂ ਉਵੇਂ ਦਿਖਾਈ ਦਿੰਦੇ। ਮਨ ਦੇ ਤੌਰ ਤੇ ਘੱਟੋ ਘੱਟ ਉਹਨਾਂ ਨੂੰ ਜ਼ਰੂਰ ਹੈ ਕਿ ਗਲਤ ਗੱਲ ਹੈ। ਇੱਕ ਵੱਖਰੀ ਪਛਾਣ ਵੀ ਇੱਕ ਗੱਲ ਰੱਖਦੀ ਹੈ, ਔਰ ਜਿਹੜੀ ਕਿ ਇੱਕ ਚੰਗੀ ਗੱਲ ਵੀ ਹੈ। ਸ਼ਾਇਦ ਇਸ ਧਰਤੀ ਤੇ ਗੁਰੂ ਨਾਨਕ ਤੋਂ ਲੈ ਕੇ ਇੱਕ ਬਰਾਬਰੀ ਦਾ ਸੰਕਲਪ, ਇਨਸਾਫ ਦਾ ਸੰਕਲਪ, ਅਨਿਆਂ ਦੇ ਖਿਲਾਫ ਲੜਨ ਦਾ ਜਿਹੜਾ ਇੱਕ ਸੰਕਲਪ ਹੈ, ਉਹ ਪ੍ਰਵੇਲ ਕਰਦਾ ਹੈ। ਹਜੇ ਵੀ ਬਹੁਤ ਕੁਝ ਉਹ 'ਚ ਗਿਰਾਵਟ ਆ ਚੁੱਕੀ ਹੈ, ਬਹੁਤ ਲੋਕਾਂ ਦੇ ਵਿੱਚ ਉਹ ਚੱਲਾ, ਪਰ ਅਜੇ ਵੀ ਇੱਕ ਉਸ ਲੈਵਲ ਦੀ ਉਮੀਦ ਦੀ ਗੱਲ ਉਸ ਮਤਲਬ ਪੰਜਾਬ ਦੇ ਵਿੱਚ ਬਣਦੀ ਦਿਖਾਈ ਦਿੰਦੀ ਹੈ ਕਿਤੇ ਨਾ ਕਿਤੇ, ਓਨਾ ਜ਼ਿਆਦਾ ਨਹੀਂ ਹੈ। ਔਰ ਇਹਨਾਂ ਦੇ ਵਿੱਚੋਂ ਹੀ ਇਹ ਗੱਲ ਦੇਖੀ ਜਾਂਦੀ ਹੈ ਕਦੇ ਕਿ ਜਿਹੜੇ ਅੰਦੋਲਨ ਨੇ ਜਾਂ ਬਾਕੀ ਨੇ, ਉਹਦੇ 'ਚ ਪੰਜਾਬ ਦੀ ਕੰਟਰੀਬਿਊਸ਼ਨ ਜਾਂ ਬਾਕੀ ਰਹੀ ਹੈ। ਜੇ ਥੋੜ੍ਹਾ ਜਿਹਾ ਪਿੱਛੇ ਵੀ ਦੇਖਦੇ ਹਾਂ, ਜੇ ਜੰਮੂ ਕਸ਼ਮੀਰ ਦਾ ਜਦੋਂ ਸਵਾਲ ਆਇਆ, ਉੱਥੇ ਮਨੁੱਖੀ ਅਧਿਕਾਰਾਂ ਦਾ ਲੰਘਣਾ, ਸਟੇਟ ਤੋੜਨ ਦਾ, ਤੇ ਪੰਜਾਬ ਦੇ ਵਿੱਚੋਂ ਹੀ ਉਹਨਾਂ ਦੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਦੀ ਜ਼ਿਆਦਾ ਆਵਾਜ਼ ਆਈ ਹੋਰਾਂ ਦੇ ਮੁਕਾਬਲੇ। ਇਹ ਬਹੁਤ ਵੱਡਾ ਇੱਕ ਕੁਐਸਚਨ ਹੈ। ਕੁਐਸਚਨ ਸਟੇਟ ਦੇ ਸਾਹਮਣੇ ਵੀ ਹੈ, ਤੇ ਜੇ ਤੁਸੀਂ ਸੰਵਿਧਾਨ ਤੇ ਕਾਨੂੰਨ ਨੂੰ ਲਾਗੂ ਕਰੋਗੇ, ਰੂਲ ਆਫ ਲਾ ਲਾਗੂ ਕਰੋਗੇ, ਕਾਨੂੰਨ ਵੀ ਤੁਹਾਡੇ UAPA ਤੇ ਐਪਸਾ ਵਰਗੇ ਨਹੀਂ ਹੋਣੇ ਚਾਹੀਦੇ ਜਿਹੜੇ ਤਾਨਾਸ਼ਾਹ ਤੇ ਗੈਰ ਉਸ ਲੈਵਲ ਦੇ ਨੇ, ਜਿਹੜੇ ਤਾਨਾਸ਼ਾਹ ਕਿਸਮ ਦਾ ਰੁਝਾਨ ਪੈਦਾ ਕਰਦੇ ਨੇ। ਕਾਨੂੰਨ ਵੀ ਜਿੰਨੇ ਡੈਮੋਕ੍ਰੇਸੀ ਦੇ ਨੇੜੇ ਹੋਣਗੇ ਉਨੇ ਜ਼ਿਆਦਾ ਬਿਹਤਰ ਨੇ, ਔਰ ਉਹ ਲੋਕਾਂ ਨੂੰ ਇਨਵੋਲਵ ਕਰਕੇ ਤੁਸੀਂ ਸ਼ਾਮਲ ਕਰੋਗੇ ਔਰ ਲੋਕਾਂ ਨੂੰ ਇਨਸਾਫ ਪਸੰਦ ਬਣਾਓਗੇ, ਤਾਂ ਇਨਸਾਫ ਪਸੰਦ ਸੁਸਾਇਟੀ ਬਣੇਗੀ। ਨਹੀਂ ਤਾਂ ਸਾਡੇ ਜਾਨ ਮਾਲ ਦੀ ਰਾਖੀ ਹਰ ਬੰਦਾ ਡਰਿਆ ਰਹੇਗਾ, ਉਹਦੇ ਲਈ ਤੁਸੀਂ ਉਹ ਮਾਹੌਲ ਸਿਰਜੇ ਨਹੀਂ ਸਕਦੇ, ਉਹ ਜਿਹਾ ਢਾਂਚਾ ਬਣਾ ਨਹੀਂ ਸਕਦੇ। ਧੰਨਵਾਦ ਜੀ। ਇਹ ਸੀ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਮਾਨਤਾ ਦੇਣ ਸਮਾਜ ਲਈ ਕਿੰਨਾ ਘਾਤਕ ਹੋ ਸਕਦਾ ਹੈ, ਉਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰੇ। ਕੱਲ੍ਹ ਨੂੰ ਇਸੇ ਸਮੇਂ ਨਵੇਂ ਵਿਸ਼ੇ ਨੂੰ ਲੈ ਕੇ ਫੇਰ ਮਿਲਾਂਗੇ। ਪੰਜਾਬੀ ਟ੍ਰਿਬਿਊਨ ਨਾਲ ਜੁੜੇ ਰਹਿਣ ਲਈ ਸਾਡਾ ਫੇਸਬੁੱਕ ਪੇਜ ਜ਼ਰੂਰ ਲਾਈਕ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਜ਼ਰੂਰ ਦਬਾਇਓ ਤਾਂ ਕਿ ਸਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ।